ਨਜ਼ਰਸਾਨੀ ਪ੍ਰੋਗਰਾਮ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਮਲਜੀਤ ਸਿੱਧੂ ਤੇ ਤੁਸੀਂ ਦੇਖ ਰਹੇ ਹੋ ਵਨ ਵੇ ਟੀਵੀ। ਅੰਮ੍ਰਿਤਪਾਲ ਸਿੰਘ ਬਾਰੇ ਕਿੰਨੀਆਂ ਹੀ ਗੱਲਾਂ ਹੋ ਰਹੀਆਂ। ਕੀ ਅੰਮ੍ਰਿਤਪਾਲ ਸਿੰਘ ਫਰਾਰ ਹੈ? ਕੀ ਅੰਮ੍ਰਿਤਪਾਲ ਸਿੰਘ ਗ੍ਰਿਫਤਾਰ ਹੈ? ਕੀ ਅੰਮ੍ਰਿਤਪਾਲ ਸਿੰਘ ਦਾ ਐਨਕਾਊਂਟਰ ਕਰ ਦਿੱਤਾ ਜਾਊਗਾ? ਕੀ ਏਜੰਸੀਆਂ ਜਿਹੜੀਆਂ ਨੇ ਲੁਕੋ ਰਹੀਆਂ ਨੇ? ਕੀ ਜਾਂ ਪਰਿਵਾਰ ਦਾ ਕਹਿਣਾ ਹੈ ਕਿ ਉਹ ਗ੍ਰਿਫਤਾਰ ਕੀਤਾ ਹੋਇਆ? ਕਿੰਨੇ ਸਾਰੇ ਸਵਾਲ ਆ। ਮੈਂ ਫਿਰ ਕਹਿਣਾ ਚਾਹੂੰਗਾ ਕਿ ਚਾਹੇ ਕੋਈ ਵੀ ਮੀਡੀਆ ਆ, ਚਾਹੇ ਉਸ ਵਾਈ ਮੀਡੀਆ ਆ, ਚਾਹੇ ਉਹ ਨੈਸ਼ਨਲ ਮੀਡੀਆ ਆ, ਉਹਨਾਂ ਦੇ ਵੱਖੋ ਵੱਖਰੇ ਵਿਚਾਰ, ਵੱਖੋ ਵੱਖਰੇ ਵਿਦਵਾਨ ਬੈਠੇ ਆ। ਦਿਨ ਰਾਤ ਅੰਮ੍ਰਿਤਪਾਲ ਦੀਆਂ ਕੂਕਾਂ ਚੀਕਾਂ ਵੱਜਦੀਆਂ ਪਈਆਂ ਆ। ਆਖਿਰ ਸਾਰਾ ਮਾਜਰਾ ਕੀ ਹੈ ਅਤੇ ਹੁਣ ਤੱਕ ਦੀ ਕੀ ਸਥਿਤੀ ਆ, ਆਪਾਂ ਜਾਣਦੇ ਇਸ ਅਪਡੇਟ ਦੇ ਵਿੱਚ ਕਿ ਕਿੱਦਾਂ ਦੇ ਹਾਲਾਤ ਜਿਹੜੇ ਨੇ ਹੁਣ ਪੰਜਾਬ ਦੇ ਹੋਏ ਪਏ ਨੇ ਅਤੇ ਅੰਮ੍ਰਿਤਪਾਲ ਸਿੰਘ ਬਾਰੇ ਕੀ ਜਿਹੜੀ ਆ ਉਹ ਪਚਲਾਵੇ ਵਾਲੀ ਸਥਿਤੀ ਚੱਲਦੀ ਪਈ ਆ। ਅੰਮ੍ਰਿਤਪਾਲ ਸਿੰਘ ਦਾ ਜਿਹੜਾ ਮੁੱਦਾ ਆ ਉਹ ਹੁਣ ਇੰਨਾ ਕੁ ਜ਼ਿਆਦਾ ਗਰਮਾ ਚੁੱਕਿਆ ਆ ਕਿ ਸਿਆਣੇ ਕਹਿੰਦੇ ਆ ਕਿ ਜਿੰਨੇ ਮੂੰਹ 'ਤੇ ਓਨੀਆਂ ਗੱਲਾਂ ਕੀਤੀਆਂ ਵੀ ਜਾ ਰਹੀਆਂ ਆ, ਪਰ ਲੱਗ ਰਿਹਾ ਹੈ ਕਿ ਹਜੇ ਤੱਕ ਭੰਬਲ ਭੂਸੇ ਵਾਲੀ ਸਥਿਤੀ ਆ। ਨਹੀਂ ਪਤਾ ਲੱਗ ਰਿਹਾ ਕਿ ਅੰਮ੍ਰਿਤਪਾਲ ਸਿੰਘ ਫਰਾਰ ਹੈ ਜਾਂ ਗ੍ਰਿਫਤਾਰ ਹੈ। ਦੋ ਹੀ ਸਵਾਲ ਹੈ। ਜਥੇਦਾਰ ਅਕਾਲ ਤਖਤ ਸਾਹਿਬ ਨੇ ਵੀ ਇਹ ਗੱਲ ਪੁੱਛੀ ਹੈ। ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਸਟੇਟਮੈਂਟ ਜਿਹੜੀ ਆਈ ਹੈ ਬੀਤੇ ਦਿਨ, ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਅੰਮ੍ਰਿਤਪਾਲ ਸਿੰਘ ਜਾਂ ਤਾਂ ਗ੍ਰਿਫਤਾਰ ਹੈ ਅਤੇ ਜੇ ਗ੍ਰਿਫਤਾਰ ਨਹੀਂ ਤਾਂ ਫਿਰ ਸਾਹਮਣੇ ਆਵੇ, ਅਤੇ ਜਾਂ ਫਿਰ ਉਹਨਾਂ ਨੇ ਸਰਕਾਰ ਨੂੰ ਜਿਹੜੀ ਆ ਸਥਿਤੀ ਸਪਸ਼ਟ ਕਰਨ ਵਾਸਤੇ ਕਹੀ ਹੈ। ਅੱਜ ਇੱਕ ਬਿਆਨ ਜਿਹੜਾ ਡਾਕਟਰ ਧਰਮਵੀਰ ਗਾਂਧੀ ਜਿਹੜੇ ਸਾਬਕਾ ਮੈਂਬਰ ਪਾਰਲੀਮੈਂਟ ਹੀ ਕਹਾਂਗੇ ਕਿ ਆਪ ਦੇ ਵਿੱਚ ਉਹ ਚੁਣੇ ਗਏ ਸੀਗੇ, ਬਾਅਦ ਵਿੱਚ ਆਪ ਤਿਆਗ ਦਿੱਤੀ ਆ ਪਟਿਆਲੇ ਤੋਂ। ਉਹਨਾਂ ਦੀ ਇੱਕ ਆਪਣੀ ਸੋਸ਼ਲ ਮੀਡੀਆ ਉੱਤੇ ਉਹਨਾਂ ਨੇ ਗਾਲਾਂ ਕੱਢ ਕੇ ਇਹ ਗੱਲ ਪਾਈ ਹੈ ਕਿ ਭਾਜਪਾਈਓ ਅਤੇ ਆਪ ਵਾਲਿਓ ਦੋਨਾਂ ਨੂੰ ਸੰਬੋਧਨ ਕੀਤਾ ਹੈ ਕਿ ਪੰਜਾਬ ਦਾ ਮਾਹੌਲ ਜਿਹੜਾ ਆ, ਤੁਸੀਂ ਪੰਜਾਬ ਦੀ ਸ਼ਾਂਤੀ ਨੂੰ ਲਾਂਭੂ ਲਾਇਆ, ਤੁਸੀਂ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਗੰਦਾ ਕਰਤਾ, ਤੁਸੀਂ ਪੰਜਾਬ ਦੀ ਬਦਨਾਮੀ ਕੀਤੀ ਹੈ ਅਤੇ ਤੁਸੀਂ ਕੀੜੇ ਪੈ ਕੇ ਮਰੋਗੇ। ਇੱਥੋਂ ਤੱਕ ਯਾਨੀ ਕਿ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਹੈ। ਕਿਉਂਕਿ ਫੈਡਰਲ ਢਾਂਚੇ ਦੀ ਗੱਲ ਡਾਕਟਰ ਧਰਮਵੀਰ ਗਾਂਧੀ ਕਰਦੇ ਰਹਿੰਦੇ ਆ, ਪਰ ਜੋ ਸਥਿਤੀ ਇਸ ਟਾਈਮ ਦੇਸ਼ ਵਿੱਚ ਬਣੀ ਹੋਈ ਹੈ ਔਰ ਜਿਸ ਤਰੀਕੇ ਨਾਲ ਸਿਰਫ ਅਤੇ ਸਿਰਫ ਕੌਮੀ ਮੀਡੀਆ ਕੂਕ ਕੇ ਸਿੱਖਾਂ ਨੂੰ ਬਦਨਾਮ ਕਰਨ ਦੇ ਉੱਤੇ ਲੱਗਿਆ ਆ, ਉਹ ਇੱਕ ਵੱਡੀ ਸਾਜ਼ਿਸ਼ ਜਾਪਦੀ ਪਈ ਆ। ਔਰ ਪੰਜਾਬ ਦੇ ਵਿੱਚ ਜਿਸ ਤਰੀਕੇ ਦਾ ਮਾਹੌਲ ਉਹ ਦੱਸ ਰਹੇ ਆ ਪੂਰੇ ਦੇਸ਼ ਨੂੰ, ਪੂਰੀ ਦੁਨੀਆ ਨੂੰ, ਉਸ ਤੋਂ ਤਾਂ ਐਂ ਲੱਗਦਾ ਕਿ ਪੰਜਾਬ ਵਿੱਚ ਖਰੇ ਕਿੰਨੀ ਕੁ ਅੱਗ ਲੱਗੀ ਆ। ਅਸੀਂ ਵੀ ਪੱਤਰਕਾਰ ਹਾਂ, ਅਸੀਂ ਵੀ ਤੁਹਾਡੇ ਨਾਲ ਗੱਲਬਾਤ ਕਰਦੇ ਪਏ ਹਾਂ। ਪੰਜਾਬ ਦੇ ਵਿੱਚ ਤਾਂ ਕੋਈ ਇਹੋ ਜਿਹਾ ਗੰਦਾ ਮਾਹੌਲ ਹੈ ਹੀ ਨਹੀਂ ਕਿ ਜਿਸ ਤਰੀਕੇ ਦਾ ਕੌਮੀ ਮੀਡੀਆ ਜਿਹੜਾ ਆ ਉਹ ਆਪਣਾ ਰੋਲ ਨਿਭਾ ਰਿਹਾ। ਖਾਸ ਤੌਰ ਦੇ ਉੱਤੇ ਹਰੇਕ ਗੱਲ ਦੇ ਵਿੱਚ ਹੁਣ ਉਹਨਾਂ ਨੂੰ ਖਾਲਿਸਤਾਨ ਦੀ ਬੋ ਆਈ ਜਾਂਦੀ ਹੈਗੀ ਆ, ਜਦੋਂ ਕਿ ਪੰਜਾਬ ਦੇ ਵਿੱਚ ਖਾਲਿਸਤਾਨ ਦਾ ਕੋਈ ਮੁੱਦਾ ਨਹੀਂ ਗਾ। ਹਾਂ, ਅੰਮ੍ਰਿਤਪਾਲ ਸਿੰਘ ਦੇ ਉੱਤੇ ਜਿਹੜੀ ਗੱਲ ਆ ਉਹ ਕੀਤੀ ਜਾ ਸਕਦੀ ਆ ਕਿ ਅੰਮ੍ਰਿਤਪਾਲ ਸਿੰਘ ਖਾਲਿਸਤਾਨ ਸਮਰਥਕ ਜ਼ਰੂਰ ਸੀ, ਪਰ ਪੰਜਾਬ ਦੀ ਇੱਕ ਧਿਰ ਜਿਹੜੀ ਹੈ ਉਹ ਜਿਨ੍ਹਾਂ ਨੇ 84 ਦਾ ਵੇਲਾ ਵੇਖਿਆ, ਕਿਉਂਕਿ ਮੰਗ ਉਦੋਂ ਵੀ ਇਹੀ ਗੱਲ ਨੂੰ ਰੌਲਾ ਲੈ ਕੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸੀ ਜਿਹੜੇ, ਉਹਨਾਂ ਨੂੰ ਵੀ ਬਦਨਾਮ ਕੀਤਾ ਗਿਆ ਕਿ ਉਹਨਾਂ ਨੇ ਖਾਲਿਸਤਾਨ ਮੰਗਿਆ, ਉਹਨਾਂ ਨੇ ਖਾਲਿਸਤਾਨ ਮੰਗਿਆ। ਗੱਲ ਅਨੰਦਪੁਰ ਸਾਹਿਬ ਦੇ ਮਤੇ ਦੀ ਸੀਗੀ ਅਤੇ ਕਿਹੜੇ ਪਾਸੇ ਉਹਨੂੰ ਲਿਜਾ ਕੇ ਅਤੇ ਬਾਅਦ ਵਿੱਚ ਜਿਸ ਮੰਗ ਨੂੰ ਲੈ ਕੇ ਉਹ ਆਪਣਾ ਇੱਕ ਧਰਮ ਯੁੱਧ ਮੋਰਚਾ ਉਹਨਾਂ ਨੇ ਬਣਾਇਆ, ਉਹ ਲੜ ਰਹੇ ਸੀਗੇ, ਉਹਨੂੰ ਕਿੱਦਾਂ ਖੇਰੂ ਕਰਨਾ ਪਿਆ, ਪੰਜਾਬ ਨੂੰ ਉਹਦਾ ਕੀ ਸੰਤਾਪ ਜਿਹੜਾ ਆ ਉਹ ਭੋਗਣਾ ਪਿਆ। ਉਦੋਂ ਬਾਅਦ ਫਿਰ ਅੰਮ੍ਰਿਤਪਾਲ ਹੁਣ ਜਿਵੇਂ ਇੱਕੋ ਦਮ ਆਉਂਦਾ ਹੈ ਅਤੇ ਇਹਦੇ ਵਾਸਤੇ ਜਿੰਨੇ ਮੂੰਹ 'ਤੇ ਉਨੀਆਂ ਗੱਲਾਂ, ਜਿਵੇਂ ਮੈਂ ਗੱਲ ਕੀਤੀ ਆ ਕਿ ਉਹੀ ਕੁਛ ਇੱਥੇ ਹੋ ਰਿਹਾ। ਚਰਚਾਵਾਂ ਕੀ ਹੋ ਰਹੀਆਂ ਨੇ ਕਿ ਵਾਰਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਹੁਣ ਇਹਨਾਂ ਦਿਨਾਂ ਦੇ ਵਿੱਚ ਪਟਿਆਲਾ 'ਚ ਘੁੰਮਦੀ ਦੀ ਇੱਕ ਵੀਡੀਓ ਫੁਟੇਜ ਸਾਹਮਣੇ ਆਈ ਹੈ। ਬਾਅਦ ਵਿੱਚ ਇਸ ਦੇ ਬਾਰੇ ਕਿਹਾ ਜਾਂਦਾ ਹੈ ਕਿ ਇਸ ਖਾਲਿਸਤਾਨੀ ਸਮਰਥਕ ਦੇ ਬਹੁਤ ਟਿਕਾਣਿਆਂ ਬਾਰੇ ਪੁਲਿਸ ਅਤੇ ਹੋਰ ਜਾਂਚ ਏਜੰਸੀਆਂ ਦੀ ਵੱਖ-ਵੱਖ ਰਾਏ ਹੈ। ਇੱਕ ਵਰਗ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਹਾਲੇ ਵੀ ਪੰਜਾਬ ਵਿੱਚ ਹੈ, ਜਦਕਿ ਦੂਜੇ ਵਰਗਾਂ ਦਾ ਕਹਿਣਾ ਹੈ ਕਿ ਉਹ ਉੱਤਰ ਪ੍ਰਦੇਸ਼ ਦੇ ਇੱਕ ਅਜਿਹੇ ਜ਼ਿਲ੍ਹੇ ਤੱਕ ਪਹੁੰਚ ਗਿਆ ਜਿਸ ਦੀ ਹੱਦ ਜਿਹੜੀ ਹੈ ਉਹ ਨੇਪਾਲ ਨਾਲ ਲੱਗਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਦੀਆਂ ਧੁੰਦਲੀਆਂ ਤਸਵੀਰਾਂ ਕੋਈ ਪੁਖਤਾ ਸਬੂਤ ਨਹੀਂ ਹਨ, ਬਲਕਿ ਇਹ ਪੁਲਿਸ ਪਾਰਟੀਆਂ ਦਾ ਧਿਆਨ ਭਟਕਾਉਣ ਦੀ ਸਾਜ਼ਿਸ਼ ਹੈ ਜੋ ਕਿ ਉਸ ਦੀ ਭਾਲ ਵਿੱਚ ਆ। ਇਸੇ ਦੌਰਾਨ ਵਾਰਸ ਪੰਜਾਬ ਦੀ ਜਥੇਬੰਦੀ ਦੇ ਮੁਖੀ ਦੀ ਭਾਲ ਵਿੱਚ ਅੱਜ 9ਵਾਂ ਦਿਨ ਜਿਹੜਾ ਆ ਉਹ ਵੀ ਲੰਘਣ ਵਾਲਾ ਹੋ ਗਿਆ ਆ। 5 ਸੂਬਿਆਂ ਦੀ ਪੁਲਿਸ ਉਸ ਦੀ ਭਾਲ ਕਰ ਰਹੀ ਆ। ਪੁਲਿਸ ਵਿਚਲੇ ਸੂਤਰਾਂ ਅਨੁਸਾਰ ਅੰਮ੍ਰਿਤਪਾਲ ਸਿੰਘ ਦੇ ਲੋੜੀਂਦੇ ਹੋਣ ਬਾਰੇ ਜਿਹੜੇ ਪੋਸਟਰ ਹੈ ਨੇਪਾਲ ਦੀ ਸਰਹੱਦ ਨੇੜੇ ਲਗਾ ਦਿੱਤੇ ਗਏ ਆ, ਤਾਂ ਜੇਕਰ ਉਹ ਦੇਸ਼ ਤੋਂ ਬਾਹਰ ਜਾਣ ਦੀ ਕੋਸ਼ਿਸ਼ ਕਰੇ ਤਾਂ ਪਛਾਣਿਆ ਜਾਵੇ। ਕਿਉਂਕਿ ਅੰਮ੍ਰਿਤਪਾਲ ਸਿੰਘ ਪਹਿਲਾਂ ਕਲੀਨ ਸ਼ੇਵ ਮੁੰਡਾ ਸੀ, ਫਿਰ ਦਾੜੀ ਸੀਗੀ, ਫਿਰ ਉਹਨੇ ਦਸਤਾਰ ਬੰਨੀ
ਆਮ ਜਿਵੇਂ ਪੰਜਾਬੀ ਸਿੱਖ ਮੁੰਡੇ ਬੰਨ੍ਹਦੇ ਆ, ਫਿਰ ਉਸ ਤੋਂ ਬਾਅਦ ਜਦੋਂ ਅੰਮ੍ਰਿਤ ਛਕਿਆ ਤਾਂ ਗੋਲ ਦਸਤਾਰ ਜਿਹੜੀ ਹੈ ਉਹ ਵੀ ਉਹਨੇ ਸਜਾਈ। ਤਾਂ ਉਹ ਸਾਰੀਆਂ ਤਸਵੀਰਾਂ ਜਿਹੜੀਆਂ ਨੇ ਉਹ ਜਾਰੀ ਕੀਤੀਆਂ ਗਈਆਂ ਨੇ। ਤੇ ਇੱਥੇ ਹੈ ਜਿਹੜੀਆਂ ਸੂਈ ਏਜੰਸੀਆਂ ਆ ਉਹਨਾਂ ਦਾ ਕਹਿਣਾ ਆ ਕਿ ਜਿਹੜਾ ਅੰਮ੍ਰਿਤਪਾਲ ਦਾ ਆਖਰੀ ਟਿਕਾਣਾ ਆ ਉਹ ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਜ਼ਿਲ੍ਹੇ ਵਿੱਚ ਹੋਣ ਬਾਰੇ ਪਤਾ ਲੱਗਿਆ, ਜਿਸ ਦੀ ਹੱਦ ਨੇਪਾਲ ਦੇ ਨਾਲ ਲੱਗਦੀ ਹੈ। ਨੇਪਾਲ ਸ਼ਰਾਰਤੀ ਅਨਸਰਾਂ ਲਈ ਮਨਪਸੰਦ ਰੂਟ ਹੈ, ਜੋ ਕਿ ਗੈਰ ਕਾਨੂੰਨੀ ਗਤੀਵਿਧੀਆਂ ਕਰਨ ਮਗਰੋਂ ਦੇਸ਼ ਛੱਡ ਕੇ ਭੱਜਦੇ ਨੇ। ਜਾਂਚ ਵਿੱਚ ਇਹ ਵੀ ਪਤਾ ਲੱਗਾ ਕਿ ਉਸ ਦੇ 4 ਚਾਚਿਆਂ ਦੇ ਵਿੱਚੋਂ ਇੱਕ ਚਾਚਾ ਸੁਖਚੈਨ ਸਿੰਘ ਸੇਵਾ ਮੁਕਤ ਪੁਲਿਸ ਇੰਸਪੈਕਟਰ ਹੈ। ਸੁਖਚੈਨ ਸਿੰਘ ਜਿਹੜੇ ਕਿ ਅੰਮ੍ਰਿਤਪਾਲ ਦੇ ਚਾਚਾ ਆ, ਉਹਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਵੱਲੋਂ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਿਆ, ਪਰ ਇਹ ਇੱਕ ਸੋਚੀ ਸਮਝੀ ਯੋਜਨਾ ਤਹਿਤ ਉਸ ਨੂੰ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਜਾ ਰਿਹਾ। ਮੈਂ ਇੱਥੇ ਇੱਕ ਗੱਲ ਕਰਨੀ ਚਾਹੂੰਗਾ, ਸੋਸ਼ਲ ਮੀਡੀਆ ਉੱਤੇ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਅਣਗਿਣਤ ਚੈਨਲ ਆ। ਅੱਗੇ ਤਾਂ ਚਲੋ ਉਂਗਲਾਂ 'ਤੇ ਗਿਣ ਜੋਗੇ ਸੀਗੇ, ਹੁਣ ਤਾਂ ਮਤਲਬ ਇੱਟ ਚੱਕਿਆਂ ਹੀ ਚੈਨਲ ਬੈਠਾ ਆ, ਔਰ ਪਤਾ ਨਹੀਂ ਕਿਹਨੂੰ ਫੜ ਕੇ ਤੇ ਉਹਨਾਂ ਦੀਆਂ ਸਟੇਟਮੈਂਟਾਂ ਲਈ ਜਾਂਦੇ ਆ ਜਿਨ੍ਹਾਂ ਨੂੰ ਪਹਿਲਾਂ ਕੋਈ ਜਾਣਦਾ ਨਹੀਂ ਸੀ। ਬਹੁਤੇ ਉਹ ਆ ਜਿਹੜੇ ਪੰਜਾਬ ਦੇ ਮੁੱਦਿਆਂ ਉੱਤੇ ਚਰਚਾ ਕਰਦੇ ਰਹਿੰਦੇ ਆ। ਹਾਂ, ਉਹਨਾਂ ਦੀ ਗੱਲ ਕਰਾਂਗੇ ਜਿਹੜੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਚਿੰਤਾ ਕਰਦੇ ਰਹਿੰਦੇ ਆ, ਚਿੰਤਾ ਕਰਦੇ ਆ। ਉਹਨਾਂ ਦਾ ਕਹਿਣਾ ਆ ਕਿ ਅਸਲ ਦੇ ਵਿੱਚ ਇਹ ਬਹੁਤ ਵੱਡੀ ਸਾਜ਼ਿਸ਼ ਕੀਤੀ ਜਾ ਰਹੀ ਆ। ਦੇਖੋ, ਜੇ ਬਾਕੀਆਂ ਨੂੰ ਫੜ ਸਕਦੀ ਆ ਕਿ ਅੰਮ੍ਰਿਤਪਾਲ ਸਿੰਘ ਕਿਹੜਾ ਕੋਈ ਇਹੋ ਜਿਹੀ ਅਦੁਸ਼ ਚੀਜ਼ ਸੀਗੀ, ਰਹੱਸਮਈ ਚੀਜ਼ ਸੀ ਜਿਹੜੀ ਉਹਨਾਂ ਦੇ ਕੋਲੋਂ ਫੜੀ ਨਹੀਂ ਗਈ ਤੇ ਉਹ ਐਂ ਹੀ ਗਾਇਬ ਹੋ ਗਿਆ। ਅਸਲ ਵਿੱਚ ਫੜਿਆ ਹੋਇਆ। ਔਰ ਜਿਸ ਤਰੀਕੇ ਨਾਲ ਕਈ ਜਥੇਬੰਦੀਆਂ ਜਾਂ ਕਈ ਜਿਹੜੇ ਆਗੂ ਸਟੇਟਮੈਂਟਾਂ ਸੋਸ਼ਲ ਮੀਡੀਆ ਉੱਤੇ ਆ ਕੇ ਕਰਦੇ, ਉਹ ਕਹਿੰਦੇ ਆ ਜੀ ਹੋਣਾ ਅੰਤ ਇਹੀ ਹੈ, ਜਾਂ ਤਾਂ ਉਸ ਨੂੰ ਫੜ ਕੇ ਜਿਹੜਾ ਹੈ ਜਿਵੇਂ ਅੱਗੇ ਐਨਕਾਊਂਟਰ ਕੀਤੇ ਜਾਂਦੇ ਆ, ਐਨਕਾਊਂਟਰ ਕਰਕੇ ਵਿਖਾ ਦਿੱਤਾ ਜਾਊਗਾ, ਕਿਉਂਕਿ ਜਦੋਂ ਕੋਈ ਹੱਲ ਨਹੀਂ ਹੁੰਦਾ ਫਿਰ ਐਵੇਂ ਕਰ ਦਿੰਦੇ ਆ। ਕਿਉਂਕਿ ਹੁਣ ਤੱਕ ਤਾਂ ਇਹੀ ਚੱਲਿਆ ਆ ਰਿਹਾ, ਜੋ ਕੁਛ ਅਸੀਂ ਕਾਂਡ ਦੇਖੇ ਆ ਤਾਂ ਉਹਦੇ ਵਿੱਚ ਇਹੀ ਹੋਇਆ ਕਿ ਪੁਲਿਸ ਨੂੰ ਜਦੋਂ ਕੋਈ ਨਾ ਲੱਭੇ ਤਾਂ ਫਿਰ ਅਖੀਰ ਦੇ ਉੱਤੇ ਉਹ ਕਹਿ ਦਿੰਦੀਆਂ ਏਜੰਸੀਆਂ ਜਾਂ ਪੁਲਿਸ ਵਾਲੇ ਕਹਿ ਦਿੰਦੇ ਆ, ਲਓ ਜੀ ਅਸੀਂ ਤਾਂ ਇਹਨੂੰ ਲੱਭ ਰਹੇ ਸੀਗੇ, ਪੁਲਿਸ ਦੇ ਨਾਲ ਫਲਾਨੀ ਜਗ੍ਹਾ 'ਤੇ ਮੁੱਠਭੇੜ ਹੋ ਗਈ, ਉਹਦੇ ਵਿੱਚ ਜਿਹੜਾ ਸੀਗਾ ਉਹ ਮਾਰਿਆ ਗਿਆ। ਜ਼ਾਹਿਰ ਹੈ ਇਹ ਸਥਿਤੀਆਂ ਪਹਿਲਾਂ ਪੰਜਾਬ ਨੇ ਭੁਗਤੀਆਂ, ਅੱਜ ਕੋਈ ਨਵੀਂ ਗੱਲ ਨਹੀਂ ਹੈਗੀ। ਜੇ ਕੋਈ ਵਿਦਵਾਨ ਇਹ ਉੱਠ ਕੇ ਗੱਲਾਂ ਕਰਦੇ ਵੀ ਹੈ। ਦੂਸਰੀ ਸਥਿਤੀ ਇਹ ਹੈ ਕਿ ਜੇ ਜਥੇਦਾਰ ਜਿਵੇਂ ਅਕਾਲ ਤਖਤ ਸਾਹਿਬ ਨੇ ਕਿਹਾ ਹੈ ਕਿ ਅੰਮ੍ਰਿਤਪਾਲ ਸਥਿਤੀ ਸਪਸ਼ਟ ਕਰੇ ਕਿ ਉਹ ਕਿੱਥੇ ਹੈ, ਉਹ ਸਾਹਮਣੇ ਆਵੇ। ਹੁਣ ਭੱਜਣ ਦੀ ਕਿਹੜੀ ਐਡੀ ਨੌਬਤ ਆ ਗਈ ਸੀ? ਅੰਮ੍ਰਿਤਪਾਲ ਨੇ ਕਿਹੜਾ ਕੋਈ ਵੱਡੇ ਕਤਲ ਕੀਤੇ ਸੀ, ਗੁਨਾਹ ਕੀਤੇ ਸੀ, ਜਾਂ ਪੰਜਾਬ ਦੇ ਵਿੱਚ ਕੋਈ ਇਹੋ ਜਿਹੀ ਗੱਲ ਵੱਡੀ ਕਿ ਉਹਨੇ ਮਾੜੀ ਹਰਕਤ ਕੀਤੀ ਹੋਵੇ? ਘੱਟੋ ਘੱਟ ਕੁਛ ਲੋਕਾਂ ਦਾ ਕਹਿਣਾ ਹੈ ਕਿ ਨਸ਼ਾ ਤਸਕਰਾਂ ਦੀ ਇਹ ਵੱਡੀ ਕਰਤੂਤ ਆ। ਉਹ ਨਹੀਂ ਸੀ ਚਾਹੁੰਦੇ ਕਿ ਅੰਮ੍ਰਿਤਪਾਲ ਸਿੰਘ ਨੌਜਵਾਨ ਪੀੜ੍ਹੀ ਜਿਹੜੀ ਨਸ਼ਿਆਂ 'ਚ ਗਲਤਾਨ ਹੁੰਦੀ ਜਾ ਰਹੀ ਆ ਉਹਨਾਂ ਨੂੰ ਸੁਧਾਰੇ, ਉਹਨਾਂ ਦੇ ਪੱਖ ਦੀ ਗੱਲ ਕਰੇ, ਉਹਨਾਂ ਨੂੰ ਨਸ਼ਿਆਂ 'ਚੋਂ ਕੱਢ ਕੇ ਤੇ ਉਹ ਅੰਮ੍ਰਿਤ ਛਕਾਉਣ ਵਾਲੇ ਪਾਸੇ ਲਿਆਵੇ। ਚੰਗਾ ਕੰਮ ਕਰ ਰਿਹਾ ਸੀ, ਕਿਉਂਕਿ ਹੁਣ ਜਿਸ ਦਿਨ 18 ਮਾਰਚ ਵਾਲੇ ਦਿਨ ਇਹ ਗੱਲ ਹੋਈ, ਉਸ ਤੋਂ ਇੱਕ ਦਿਨ ਪਹਿਲਾਂ ਅੰਮ੍ਰਿਤਪਾਲ ਸਿੰਘ ਦੀ ਵੀਡੀਓ ਵਾਇਰਲ ਹੁੰਦੀ, ਜਿਹਦੇ ਵਿੱਚ ਉਹ ਜਿਹੜੀ ਵਹੀਰ ਰੋਕੀ ਸੀਗੀ ਅੰਮ੍ਰਿਤ ਛਕਾਉਣ ਵਾਲੀ, ਉਸ ਵਹੀਰ ਨੂੰ ਦੁਬਾਰਾ ਮੁਕਤਸਰ ਜ਼ਿਲ੍ਹੇ ਤੋਂ ਚਾਲੂ ਕਰਨਾ ਚਾਹੁੰਦਾ ਸੀ, ਪਰ G20 ਸੰਮੇਲਨ ਕਰਕੇ ਤੇ ਕੁਛ ਜਿਸ ਤਰੀਕੇ ਨਾਲ ਅਸੀਂ ਦੇਖਿਆ ਕਿ ਏਜੰਸੀਆਂ ਜਾਂ ਫਿਰ BSF ਦੀਆਂ ਜਿਹੜੀ ਪਲਟਨਾਂ ਸੀਗੀਆਂ, ਉਹ ਪਹਿਲਾਂ ਹੀ ਭਗਵੰਤ ਮਾਨ ਅਮਿਤ ਸ਼ਾਹ ਦੇ ਨਾਲ ਗੱਲ ਕਰਕੇ ਆਏ ਆ, ਕੇਂਦਰੀ ਗ੍ਰਹਿ ਮੰਤਰੀ ਨਾਲ, ਤੇ ਬਾਅਦ ਵਿੱਚ ਪੰਜਾਬ ਦੇ ਵਿੱਚ ਉਹ ਆ ਕੇ ਬੈਠੇ ਆ। ਤਾਂ ਇਹ ਨਜ਼ਰ ਆ ਰਿਹਾ ਸੀ ਕਿ ਪੰਜਾਬ ਦੇ ਵਿੱਚ ਕੁਛ ਵੱਡਾ ਹੋਣ ਵਾਲਾ ਹੈ, ਤੇ ਉਹ ਫਿਰ ਹੋਇਆ ਆ। ਪਰ ਆਮ ਜਿਹੜੇ ਬਹੁਤੇ ਚਿੰਤਕ ਬੁੱਧੀਜੀਵੀ ਲੋਕ ਆ, ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਪੰਜਾਬ ਨੂੰ ਬਦਨਾਮ ਕਰਨ ਦੀ ਵੱਡੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ। ਫਿਲਹਾਲ ਇੱਥੇ ਇੱਕ ਗੱਲ ਆਪਾਂ ਇਹ ਕਰਾਂਗੇ ਕਿ ਅੰਮ੍ਰਿਤਪਾਲ ਸਿੰਘ ਦੇ ਉੱਤੇ ਜਿਹੜਾ ਇਹ ਆਪਰੇਸ਼ਨ ਚਲਾਇਆ ਗਿਆ ਆ, ਇਸ ਆਪਰੇਸ਼ਨ ਦੇ ਬਾਵਜੂਦ ਜਿਹੜੇ ਉਸ ਦੇ ਸਾਥੀ ਫੜੇ ਗਏ ਸੀਗੇ, ਉਹਨਾਂ ਸਾਥੀਆਂ ਨੂੰ ਰਿਹਾ ਕੀਤਾ ਗਿਆ ਆ। ਤੇ ਮੈਂ ਦੱਸ ਦੇਣਾ ਚਾਹੂੰਗਾ ਕਿ ਜਿਹੜੇ ਅੰਮ੍ਰਿਤਪਾਲ ਸਿੰਘ ਦੇ ਸਾਥੀ ਗ੍ਰਿਫਤਾਰ ਕੀਤੇ ਗਏ ਸੀਗੇ, ਉਹਨਾਂ ਦੀ ਤਾਦਾਦ ਜਿਹੜੀ ਸੀਗੀ ਉਹ ਕੋਈ 353 ਸੀ, ਜਿਹਦੇ ਵਿੱਚੋਂ 197 ਜਿਹੜੇ ਆ ਉਹ ਰਿਹਾ ਕਰ ਦਿੱਤੇ ਆ। ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਤੇ ਗੱਲ ਕਰਦੇ ਆ, ਉਹਨਾਂ ਦਾ ਕਹਿਣਾ ਸੀ ਪੰਜਾਬ ਪੁਲਿਸ ਨੂੰ ਕਿ ਅਮਨ ਸ਼ਾਂਤੀ ਜਿਹੜੀ ਆ ਭੰਗ ਕਰਨ ਦੇ ਖਦਸ਼ੇ ਤਹਿਤ ਜਾਂ ਗੰਭੀਰ ਅਪਰਾਧਕ ਗਤੀਵਿਧੀਆਂ ਵਿੱਚ ਗ੍ਰਿਫਤਾਰ ਕੀਤੇ ਵਿਅਕਤੀਆਂ ਦੇ ਕੇਸਾਂ ਦੀ ਜਾਂਚ ਦੌਰਾਨ ਸਕਾਰਾਤਮਕ ਜਿਹੜੀ ਪਹੁੰਚ ਆ ਉਹ ਅਪਣਾਈ ਜਾਵੇ। ਤੇ ਸੂਬੇ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਨੇ ਵੀ ਦੱਸਿਆ ਸੀ ਕਿ ਸੂਬੇ ਦੇ ਸਾਰੇ SSPG ਅਤੇ CPG ਨੂੰ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਕਿਸੇ ਵੀ ਬੇਕਸੂਰ ਵਿਅਕਤੀ ਨੂੰ ਤੰਗ ਜਾਂ ਪਰੇਸ਼ਾਨ ਨਾ ਕੀਤਾ ਜਾਵੇ। ਹਾਲਾਂਕਿ ਜਿਹੜੇ ਰਿਹਾ ਹੋ ਕੇ ਹੁਣ ਆ ਰਹੇ ਉਹ ਵੀ ਆਪੋ ਆਪਣੀਆਂ ਸਟੇਟਮੈਂਟਾਂ ਦੇ ਰਹੇ ਆ। ਹਾਲਾਂਕਿ ਸਰਕਾਰ ਪੱਖ ਤੋਂ ਕਹਿੰਦੇ ਆ ਕਿ ਨਹੀਂ ਕੋਈ ਸਾਡੀ ਮਦਦ ਹੋਈ,
ਪਟਿਆਲਾ ਜੇਲ੍ਹ ਤੋਂ ਰਿਹਾ ਹੋਏ ਕੁਝ ਸਿੰਘ ਉਹਨਾਂ ਨੇ ਕਿਹਾ ਕਿ ਸਾਡੀ ਕੋਈ ਮਦਦ ਨਹੀਂ ਹੋਈ, ਸਾਨੂੰ ਤਾਂ ਆਪਦੀਆਂ 5-5 ਲੱਖ ਰੁਪਏ ਦੇ ਜਿਹੜੇ ਆ ਬੌਂਡ ਭਰ ਕੇ ਸਾਨੂੰ ਆਪਣੀ ਜਿਹੜੀ ਜ਼ਮਾਨਤ ਆ ਉਹ ਕਰਨੀ ਪਈ ਹੈ। ਅਤੇ ਇਸ ਦੇ ਨਾਲ ਹੀ ਜਿਹੜੀ ਪੰਜਾਬ ਪੁਲਿਸ ਹੈ ਜਾਂ ਪੰਜਾਬ ਸਰਕਾਰ ਹੈ ਉਸ ਦੇ ਵੱਲੋਂ ਇਹ ਗੱਲ ਵੀ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ, ਝੂਠੀਆਂ ਖਬਰਾਂ 'ਤੇ ਜਿਹੜੀਆਂ ਅਫਵਾਹਾਂ ਉਹਨਾਂ ਦੇ ਉੱਤੇ ਜਿਹੜਾ ਆ ਗੌਰ ਨਾ ਕਰਨ। ਤਾਂ ਇੱਥੇ ਇੱਕ ਗੱਲ ਹੋਰ ਉੱਭਰ ਕੇ ਸਾਹਮਣੇ ਆ ਰਹੀ ਆ। ਵੈਸੇ ਤਾਂ ਚਰਚਾ ਇਹ ਛਿੜੀ ਆ ਕਿ ਰੀਨਾ ਰਾਏ ਕਹਿੰਦੀ ਆ ਕਿ ਅੰਮ੍ਰਿਤਪਾਲ ਸਿੰਘ ਨੂੰ ਬਲੌਕ ਕੀਤਾ ਹੋਇਆ ਸੀ ਦੀਪ ਸਿੱਧੂ ਨੇ, ਕਿਉਂਕਿ ਉਹਦਾ ਅਕਾਊਂਟ ਜਿਹੜਾ ਆ ਪਾਸਵਰਡ ਵਗੈਰਾ ਉਹ ਰੀਨਾ ਰਾਏ ਕੋਲੇ ਆ। ਤਾਂ ਦੂਜੇ ਪਾਸੇ ਇਹ ਕੀਤਾ ਜਾ ਰਿਹਾ ਜਿਵੇਂ ਕਿ ਕਈ ਵਿਦਵਾਨ ਬੋਲਦੇ ਆ ਕਿ ਦਲਜੀਤ ਕਲਸੀ, ਵੈਸੇ ਤਾਂ ਪੰਜਾਬੀ ਫਿਲਮਾਂ ਦੇ ਵਿੱਚ ਉੱਭਰ ਰਿਹਾ ਸੀ ਇੱਕ ਹੋਰ ਨੌਜਵਾਨ, ਤਾਂ ਦਲਜੀਤ ਕਲਸੀ ਨੇ ਕੁਝ ਕੁ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕੀਤਾ ਵੀ ਆ। ਦਲਜੀਤ ਕਲਸੀ ਬਾਰੇ ਕਿਹਾ ਜਾ ਰਿਹਾ ਸੀਗਾ ਕਿ ਇਹਨੂੰ ਦਲਜੀਤ ਕਲਸੀ ਹੋਰਾਂ ਨੇ ਚੁੱਕਣਾ ਦੇ ਕੇ ਅੰਮ੍ਰਿਤਪਾਲ ਨੂੰ ਲਿਆਂਦਾ ਆ। ਅਤੇ ਦੂਸਰਾ ਚਾਚਾ ਬਘੇਲ ਸਿੰਘ ਜਿਹੜਾ ਅਮਰੀਕਾ 'ਚ ਬੈਠਾ, ਉਹਦੇ ਉੱਤੇ ਵੀ ਉਂਗਲਾਂ ਉਹ ਚੁੱਕੀਆਂ ਜਾਂਦੀਆਂ ਕਿ ਉਹ ਇਹ ਸਾਰੀਆਂ ਕਾਰਵਾਈਆਂ ਕਰਵਾ ਰਿਹਾ ਹੈਗਾ ਆ, ਜਿਸ ਕਰਕੇ ਵਾਰਸ ਪੰਜਾਬ ਜਥੇਬੰਦੀ ਜਿਹੜੀ ਆ ਉਹ ਦੀਪ ਸਿੱਧੂ ਦੀ ਪ੍ਰਸਿੱਧੀ ਦਾ ਲਾਹਾ ਲੈਣ ਵਾਸਤੇ ਖੜੀ ਕੀਤੀ ਗਈ ਆ। ਅੰਮ੍ਰਿਤਪਾਲ ਸਿੰਘ ਨੂੰ ਫਿਰ ਵਾਰਸ ਪੰਜਾਬ ਦਾ ਬਣਾਇਆ ਗਿਆ ਆ। ਤਾਂ ਦੀਪ ਸਿੱਧੂ ਦੇ ਭਰਾ ਵੱਲੋਂ ਪਹਿਲਾਂ ਤੋਂ ਚਲਾਈ ਜਾ ਰਹੀ ਸੀ ਇਹ ਜਥੇਬੰਦੀ ਵਾਰਸ ਪੰਜਾਬ ਦੇ, ਇਹ ਇਸੇ ਕਰਕੇ ਅੰਮ੍ਰਿਤਪਾਲ ਨੂੰ ਅੱਗੇ ਕੀਤਾ ਗਿਆ ਕਿ ਇਸ ਤੋਂ ਲਾਹਾ ਲਿਆ ਜਾ ਸਕੇ। ਅੰਮ੍ਰਿਤਪਾਲ ਖਿਲਾਫ ਪੰਜਾਬ ਪੁਲਿਸ ਦੀ ਕਾਰਵਾਈ ਦੌਰਾਨ ਕਬਜ਼ੇ 'ਚ ਲਏ ਗਏ ਦਸਤਾਵੇਜ਼ਾਂ ਤੋਂ ਜਾਣਕਾਰੀ ਮਿਲੀ ਹੈ। ਦਸਤਾਵੇਜ਼ਾਂ ਅਨੁਸਾਰ ਵਾਰਸ ਪੰਜਾਬ ਦੀ ਜਥੇਬੰਦੀ ਤੇ ਕਬਜ਼ ਹੋਣ ਤੋਂ ਸਫਲ ਰਹਿਣ ਮਗਰੋਂ ਅੰਮ੍ਰਿਤਪਾਲ ਨੇ ਉਸ ਵਰਗੇ ਨਾਮ ਵਾਲੀ ਦੂਜੀ ਜਥੇਬੰਦੀ ਵਾਰਸ ਪੰਜ ਆਬ ਬਣਾਈ ਸੀ। ਅੰਮ੍ਰਿਤਪਾਲ ਖਿਲਾਫ ਜਾਰੀ ਕਾਰਵਾਈ ਦੌਰਾਨ ਸਾਹਮਣੇ ਆਏ ਕੁਝ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਵਾਰਸ ਪੰਜ ਆਬ ਤੋਂ ਸੰਭਾਵੀ ਤੌਰ 'ਤੇ ਪਿਛਲੇ ਦਿਨਾਂ ਵਿੱਚ ਹੀ ਬਣਾਈ ਗਈ ਸੀ। ਮੋਗਾ ਜ਼ਿਲ੍ਹੇ ਦੇ ਦੁੰਨੇਕੇ ਪਿੰਡ ਵਿੱਚ ਅੰਮ੍ਰਿਤਪਾਲ ਦੇ ਨੇੜਲੇ ਸਾਥੀ ਗੁਰਪ੍ਰੀਤ ਸਿੰਘ ਬੁੱਕਣਵਾਲਾ ਦੀ ਮਾਲਕੀ ਵਾਲੀ ਜਥੇਬੰਦੀ ਦਾ ਰਜਿਸਟ੍ਰੇਸ਼ਨ ਪਤਾ ਗੁਰੂ ਨਾਨਕ ਫਰਨੀਚਰ ਸਟੋਰ ਸੀਗਾ। ਅੰਮ੍ਰਿਤਪਾਲ ਖਿਲਾਫ ਜਾਰੀ ਕਾਰਵਾਈ ਦੌਰਾਨ ਗੁਰਮੀਤ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਨੂੰ ਅਸਾਮ ਵਿੱਚ ਡਿਬਰੂਗੜ੍ਹ ਕੇਂਦਰੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਆ। ਪੁੱਛਗਿੱਛ ਦੌਰਾਨ ਗੁਰਮੀਤ ਨੇ ਦਾਅਵਾ ਕੀਤਾ ਹੈ ਕਿ ਜਥੇਬੰਦੀ ਕਾਫੀ ਬਾਅਦ ਵਿੱਚ ਬਣਾਈ ਗਈ ਸੀ ਅਤੇ ਇਸ ਨੂੰ ਪਿਛਲੀ ਤਰੀਕ ਵਿੱਚ ਰਜਿਸਟਰਡ ਕਰਵਾਉਣ ਲਈ ਕੁਝ ਸੰਪਰਕਾਂ ਦਾ ਇਸਤੇਮਾਲ ਕੀਤਾ ਗਿਆ ਸੀ। ਹੁਣ ਅੰਮ੍ਰਿਤਪਾਲ ਸਿੰਘ ਤਾਂ ਦੇਖੋ ਹਜੇ ਵੀ ਪੁਲਿਸ ਦੀ ਗਿਰਫਤ ਤੋਂ ਦੂਰ ਆ, ਜੋ ਚਰਚਾ ਹੋ ਰਹੀ ਹੈ, ਯਾਨੀ ਕਿ ਮੈਂ ਦੋ ਰਾਏ ਦੱਸੀਆਂ ਨਾ, ਉਸ ਬਾਰੇ ਹਾਲੇ ਵੀ ਪੁਲਿਸ ਤੇ ਏਜੰਸੀਆਂ ਦੇ ਕਈ ਅਧਿਕਾਰੀ ਇੱਕ ਰਾਏ ਨਹੀਂ ਆ। ਜਦੋਂ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਬਾਰੇ ਜਾਂ ਜਿਨ੍ਹਾਂ ਨੂੰ ਪੇਸ਼ ਕਰਨਾ ਉਹਨਾਂ ਦੇ ਬਾਰੇ ਰੋਜ਼ਾਨਾ ਕੋਈ ਖਬਰ ਸਾਡੇ ਕੋਲ ਆਉਂਦੀ ਹੈ ਨਾ, ਉਹਦੇ ਵਿੱਚ ਅਸੀਂ ਦੇਖਿਆ ਕਿ ਬਹੁਤੇ ਜਿਹੜੇ ਪੁਲਿਸ ਅਧਿਕਾਰੀ ਆ ਉਹ ਗੱਲਾਂ ਗੋਲ-ਮੋਲ ਕਰਦੇ ਆ, ਉਹ ਕੋਈ ਵੀ ਸਥਿਤੀ ਸਪਸ਼ਟ ਕਰਨ ਤੋਂ ਚੱਲਦੇ ਆ, ਉਹ ਕੁਝ ਵੀ ਨਹੀਂ ਦੱਸਣਾ ਚਾਹੁੰਦੇ ਇਸ ਬਾਰੇ। ਤਾਂ ਇਸ ਕਰਕੇ ਵੀ ਇੱਕ ਭੰਬਲ ਭੂਸੇ ਵਾਲੀ ਜਿਹੜੀ ਸਥਿਤੀ ਆ ਉਹ ਬਣੀ ਹੋਈ ਹੈ। ਕਈ ਅਧਿਕਾਰੀ ਅੰਮ੍ਰਿਤਪਾਲ ਦੇ ਪੰਜਾਬ ਅਤੇ ਕਈ ਅਧਿਕਾਰੀ ਉੱਤਰ ਪ੍ਰਦੇਸ਼ ਵਿੱਚ ਹੋਣ ਬਾਰੇ ਦੱਸ ਰਹੇ ਆ। ਇਸ ਸੰਬੰਧੀ CCTV ਫੁਟੇਜ ਸਾਹਮਣੇ ਆਈ ਆ, ਜਿਸ ਵਿੱਚ ਇੱਕ ਦਿਨ ਪਹਿਲਾਂ ਉਸ ਨੂੰ ਪਟਿਆਲੇ ਵਿੱਚ ਘੁੰਮਦਾ ਦਿਖਾਇਆ ਗਿਆ। ਬੜੀ ਹਾਸੋਹੀਣੀਆਂ ਸਥਿਤੀਆਂ ਆ। ਇੱਥੋਂ ਤੱਕ ਕਿ ਅੰਮ੍ਰਿਤਪਾਲ ਨੂੰ ਕਦੇ ਛਤਰੀ ਲੈ ਕੇ ਤੁਰੇ ਜਾਂਦੇ ਨੂੰ ਵਿਖਾ ਰਹੇ ਆ, ਕਦੇ ਹਰਿਆਣੇ 'ਚ ਵਿਖਾ ਰਹੇ, ਕਦੇ ਕਿਸੇ ਬੱਸ ਅੱਡੇ 'ਤੇ ਵਿਖਾ ਰਹੇ ਆ। ਕਈ ਲੋਕ ਇਹੋ ਜਿਹੇ ਸਾਹਮਣੇ ਵੀ ਆਏ ਜਿਹੜੇ ਕਹਿੰਦੇ ਜੀ ਇਹ ਸਾਡੀਆਂ ਫੋਟੋਆਂ ਆ, ਤੁਸੀਂ ਅੰਮ੍ਰਿਤਪਾਲ ਕਿਉਂ ਕਹੀ ਜਾਂਦੇ, ਉਹਨੂੰ ਤਾਂ ਅਸੀਂ ਆ। ਅਤੇ ਉਹ ਜਿਹੜੀਆਂ ਫੋਟੋਆਂ ਦਿਖਾਉਂਦਾ ਨਾ ਮੀਡੀਆ ਵੀ ਚੱਕ ਕੇ, ਉਹ ਇੰਨੀਆਂ ਧੁੰਦਲੀਆਂ ਹੁੰਦੀਆਂ, ਉਹ ਤੋਂ ਜਮਾਂ ਹੀ ਨਹੀਂ ਯਕੀਨ ਕਰ ਸਕਦੇ ਕਿ ਉਹ ਅੰਮ੍ਰਿਤਪਾਲ ਦੀਆਂ ਫੋਟੋਆਂ ਆ। ਅਤੇ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀ ਅਤੇ ਜਿਹੜੀਆਂ ਜਾਂਚ ਏਜੰਸੀਆਂ ਆ ਉਹ ਦੁਚਿੱਤੀ 'ਚ ਆ। ਅਧਿਕਾਰੀਆਂ ਦੇ ਇੱਕ ਵਰਗ ਦਾ ਕਹਿਣਾ ਹੈ ਕਿ ਉਹ ਅਜੇ ਵੀ ਪੰਜਾਬ ਵਿੱਚ ਹੈ, ਜਦੋਂ ਕਿ ਦੂਜੇ ਦਾ ਕਹਿਣਾ ਹੈ ਕਿ ਯੂਪੀ ਦੇ ਉਸ ਜ਼ਿਲ੍ਹੇ ਵਿੱਚ ਚਲਾ ਗਿਆ ਜੋ ਨੇਪਾਲ ਦੀ ਸਰਹੱਦ ਦੇ ਨਾਲ ਲੱਗਦਾ। ਜਿੰਨੇ ਮੂੰਹ ਉਨੀਆਂ ਗੱਲਾਂ। ਫਿਰ ਮੈਂ ਉਸ ਗੱਲ 'ਤੇ ਆਉਣਾ। ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਦੀ ਜੇ ਮੈਂ ਗੱਲ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਹੈ ਕਿ ਜਾਂ ਤਾਂ ਅੰਮ੍ਰਿਤਪਾਲ ਸਮਰਪਣ ਕਰ ਦੇਵੇ ਅਤੇ ਪੁਲਿਸ ਦੀ ਜਾਂਚ ਵਿੱਚ ਸਹਿਯੋਗ ਦੇਵੇ ਜੇ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਤਾਂ ਇਸ ਵੇਲੇ ਅੰਮ੍ਰਿਤਪਾਲ ਸਿੰਘ ਸਮੁੱਚੀ ਦੁਨੀਆ ਲਈ ਇੱਕ ਵੱਡਾ ਸਵਾਲ ਬਣਿਆ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਉਸ ਨੂੰ ਗ੍ਰਿਫਤਾਰ ਕੀਤਾ ਹੈ ਤਾਂ ਇਸ ਬਾਰੇ ਸਰਕਾਰ ਵੀ ਸਥਿਤੀ ਸਪਸ਼ਟ ਕਰੇ, ਇਹ ਵੀ ਗੱਲ ਉਹਨਾਂ ਨੇ ਕਹੀ ਹੈ। ਹਾਲਾਂਕਿ ਇਹਦੇ ਵਿੱਚ ਉਹਨਾਂ ਦੀ ਇੱਕ ਚਿੰਤਾ ਹੈ, ਕਿਉਂਕਿ ਉਹਨਾਂ ਨੇ ਚਿੰਤਾ 27 ਮਾਰਚ ਨੂੰ ਇੱਕ ਮੀਟਿੰਗ ਜਿਹੜੀ ਸੱਦੀ ਆ, ਆਪਾਂ ਪਿਛਲੇ ਦਿਨ ਵੀ ਗੱਲ ਕੀਤੀ ਹੈ ਕਿ 27 ਮਾਰਚ ਦੀ ਜਿਹੜੀ ਮੀਟਿੰਗ ਆ ਅੱਜ ਦੇ ਦਿਨ ਹੀ ਜਿਹੜੀ ਉਹ ਸੱਦੀ ਗਈ ਆ। ਤਾਂ ਇਸ ਲਈ ਉਹ ਸੱਦੀ ਗਈ ਸੀਗੀ ਤਾਂ ਕਿ ਜਿਹੜੇ ਨੌਜਵਾਨ ਬੱਚੇ, ਜਿਹੜੇ ਸਿੱਖ ਬੱਚੇ ਆ, ਕਿਉਂਕਿ ਉਹਨਾਂ ਕਰਕੇ ਹੁਣ ਸਿੱਖਾਂ ਦੀ ਬਦਨਾਮੀ ਹੋ ਰਹੀ ਹੈ, ਇਸ ਕਰਕੇ ਉਹਨਾਂ ਨੇ ਚਿੰਤਾ ਵਿਅਕਤ ਕੀਤੀ ਸੀ ਕਿ ਬੁੱਧੀਜੀਵੀ ਜਿਹੜੇ ਆ, ਜਿਹੜੇ ਵਿਦਿਆਰਥੀ ਵਰਗ ਦੇ ਆ, ਕੋਈ ਰਾਜਨੀਤਿਕ ਆਗੂ ਆ, ਕੋਈ ਸਿੱਖ ਜਥੇਬੰਦੀਆਂ ਆ, ਉਹ ਸਾਰੀਆਂ ਅੱਗੇ ਆਉਣ ਅਤੇ ਆਪਾਂ ਮਿਲ ਬੈਠ ਕੇ
ਗੱਲ ਕਰੀਏ। ਇੱਕ ਹੋਰ ਚੀਜ਼ ਜਿਹੜੀ ਆ, ਕੌਮੀ ਮੀਡੀਆ ਵੀ ਬਦਨਾਮ ਕਰ ਰਿਹਾ ਤੇ ਹੋਰ ਵੀ ਕਾਫੀ ਕੁਛ ਜਿਹੜੇ ਆ ਜਿਹੜੀ ਸਥਿਤੀ ਆ ਉਹ ਹਨੇਰੇ 'ਚ ਰੱਖਣ ਵਾਲੀ ਹੋਈ ਪਈ ਆ। ਇੱਥੇ ਮੈਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕਰ ਦਿੰਦਾ। SGPC ਦੇ ਪੇਜ ਦੇ ਉੱਤੇ ਵੀ ਉਹਨਾਂ ਦੀ ਇੱਕ ਖਬਰ ਪਈ ਹੈ, ਜਿਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਭਾਈ ਗੋਬਿੰਦ ਸਿੰਘ ਲੌਂਗੋਵਾਲ ਕਹਿੰਦੇ ਆ ਕਿ ਖਾਲਸਾ ਰਾਜ ਵੇਲੇ ਦੇ ਜਿਹੜੇ ਝੰਡੇ ਸੀਗੇ, ਜੇ ਉਹ ਕੋਈ ਪੇਸ਼ ਕਰਦਾ, ਜੇ ਉਹ ਕੋਈ ਸਾਹਮਣੇ ਰੱਖਦਾ ਆ ਜਾਂ ਪਾ ਦਿੰਦਾ, ਤੇ ਉਹਨੂੰ ਵੀ ਖਾਲਿਸਤਾਨੀ ਕਹੀ ਜਾਂਦੇ ਆ। ਲਾਹਣਤ ਆ ਇਸ ਗੱਲ ਦੇ ਉੱਤੇ। ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ, ਉਸ ਵੇਲੇ ਦਾ ਜਿਹੜਾ ਝੰਡਾ ਸੀਗਾ ਉਹ ਭਾਈ ਮਹਾਰਾਜ ਸਿੰਘ ਜਿਹੜੇ ਬਾਬਾ ਵੀਰ ਸਿੰਘ ਨਰੰਗਾਬਾਦ ਵਾਲਿਆਂ ਦੇ ਕੋਲੇ ਸੀਗੇ, ਅੰਗਰੇਜ਼ਾਂ ਦੇ ਜ਼ਮਾਨੇ 'ਚ ਉਹਨਾਂ ਨੇ ਉਹ ਝੰਡਾ ਤੇ ਇੱਕ ਉਹਨਾਂ ਦੀ ਚੀਨੀ ਘੋੜੀ ਤੇ ਹੱਥ ਵਿੱਚ ਤਲਵਾਰ ਲੈ ਕੇ ਅੰਗਰੇਜ਼ਾਂ ਦੇ ਖਿਲਾਫ ਲੜ ਨਿਕਲੇ ਸੀ ਕਿ ਮੈਂ ਖਾਲਸਾ ਰਾਜ ਵਾਪਸ ਲੈਣ ਆਊਗਾ। ਖਾਲਸਾ ਰਾਜ ਦਾ ਝੰਡਾ ਤਾਂ ਬਾਬਾ ਜੀ ਕੋਲੇ ਹੀ ਹੁੰਦਾ ਸੀਗਾ। ਉਸ ਤੋਂ ਬਾਅਦ ਬਾਬਾ ਵੀਰ ਸਿੰਘ ਨਰੰਗਾਬਾਦ ਵਾਲਿਆਂ ਕੋਲੇ ਉਹ ਝੰਡਾ ਰਿਹਾ। ਉਹੀ ਝੰਡਾ ਜਿਹੜਾ ਸੀਗਾ ਉਸੇ ਖਾਲਸਾ ਰਾਜ ਦੇ ਝੰਡੇ ਦੀ ਨਕਲ ਦੇ ਉੱਤੇ ਉਸ ਸਮੇਂ ਬਹੁਤ ਝੰਡੇ ਬਣੇ। ਉਸ ਤੋਂ ਬਾਅਦ ਜਿਹੜੀਆਂ ਪੰਜਾਬ ਦੀਆਂ ਰਿਆਸਤਾਂ ਸੀਗੀਆਂ, ਚਾਹੇ ਉਹ ਪਟਿਆਲਾ ਰਿਆਸਤ ਸੀ, ਚਾਹੇ ਨਾਭਾ ਰਿਆਸਤ ਸੀ, ਚਾਹੇ ਜੀਂਦ ਰਿਆਸਤ ਸੀਗੀ, ਚਾਹੇ ਉਹ ਬਰਨਾਲਾ ਸੀਗੀ, ਫਰੀਦਕੋਟ ਸੀ, ਇਹਨਾਂ ਸਾਰੀਆਂ ਸਿੱਖ ਰਿਆਸਤਾਂ ਦੇ ਆਪੋ ਆਪਣੇ ਝੰਡੇ ਹੁੰਦੇ ਸੀ, ਜਿਹਦੇ ਵਿੱਚ ਖਾਲਸੇ ਦਾ ਨਿਸ਼ਾਨ ਪੱਕਾ ਸੀਗਾ, ਜਿਸ ਤੋਂ ਪਤਾ ਲੱਗਦਾ ਸੀ ਵੀ ਇਹ ਸਿੱਖ ਰਾਜ ਆ। ਔਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਲੈ ਕੇ ਜਾਂ ਇਹਨਾਂ ਸਿੱਖ ਰਾਜ ਦੇ ਝੰਡਿਆਂ ਨੂੰ ਅੱਜ ਮੇਰੇ ਵਰਗਾ ਹੀ ਕੋਈ ਪੇਸ਼ ਕਰ ਦੇਵੇ ਜਾਂ ਤੁਹਾਡੇ ਵਰਗਾ ਕੋਈ ਮੂਹਰੇ ਲਾ ਦੇਵੇ, ਤਾਂ ਕੀ ਤੁਸੀਂ ਉਹਨੂੰ ਹੁਣ ਖਾਲਿਸਤਾਨੀ ਕਹਿਣਾ ਸ਼ੁਰੂ ਕਰ ਦਿਓਗੇ? ਉਹ ਇਹ ਤਾਂ ਖਾਲਸਾ ਰਾਜ ਦੀਆਂ ਕੀਮਤੀ ਨਿਸ਼ਾਨੀਆਂ, ਇਹ ਤਾਂ ਇਤਿਹਾਸ ਆ। ਇਤਿਹਾਸ ਨੂੰ ਤਾਂ ਬਦਨਾਮ ਨਾ ਕਰੋ। ਲਾਹਣਤੀ ਲੋਕ ਜਿਹੜੇ ਇਸ ਤਰ੍ਹਾਂ ਦੀ ਬਕਵਾਸ ਕਰੀ ਜਾਂਦੇ ਆ ਔਰ ਇੱਦਾਂ ਲੋਕਾਂ ਨੂੰ ਹੋਰ ਜਿਹੜਾ ਆ ਉਹ ਗਲਤ ਪਾਸੇ ਲਿਜਾ ਰਹੇ ਇੱਦਾਂ ਦੀਆਂ ਗੱਲਾਂ ਕਰਕੇ। ਸੋ ਕਾਫੀ ਕੁਛ ਇਹ ਜਿਹੜੀਆਂ ਸਥਿਤੀਆਂ ਉਹ ਗੰਭੀਰ ਬਣੀਆਂ ਹੋਈਆਂ। ਫਿਲਹਾਲ ਜੇ ਇਹ ਦੇਖਿਆ ਜਾਵੇ ਕਿ ਅੰਮ੍ਰਿਤਪਾਲ ਸਿੰਘ ਦੇ ਬਾਰੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋਊਗਾ, ਸਮੇਂ ਦੀ ਉਡੀਕ ਕਰਨੀ ਪਊਗੀ। ਪਰ ਇਹ ਗੱਲ ਯਕੀਨ ਕਰਨ ਵਾਲੀ ਨਹੀਂ ਹੈਗੀ ਕਿ ਇੰਨਾ ਕੁਛ ਹੁੰਦਿਆਂ, ਇੰਨੀ ਸੂਈ ਏਜੰਸੀਆਂ ਹੋਣ, ਇੰਨੀ ਪੁਲਿਸ ਹੋਵੇ, ਇੰਨਾ ਸਾਰਾ ਹੋਣ ਦੇ ਬਾਵਜੂਦ ਵੀ ਅੰਮ੍ਰਿਤਪਾਲ ਸਿੰਘ ਦੇ ਬਾਕੀ ਸਾਥੀ ਗ੍ਰਿਫਤਾਰ ਹੋ ਸਕਦੇ। ਅੰਮ੍ਰਿਤਪਾਲ ਸਿੰਘ ਕਿੱਦਾਂ ਇਹ ਨਿਕਲ ਸਕਦਾ, ਜਦੋਂ ਕਿ ਇਹਦੇ ਵਾਸਤੇ ਇਹ ਵੀ ਲੋਕ ਜਿਹੜੇ ਆ ਮਾਹਰ ਜਾਂ ਬੁੱਧੀਜੀਵੀ ਜਾਂ ਵੱਖ-ਵੱਖ ਮੀਡੀਆ ਚੈਨਲਾਂ ਉੱਤੇ ਗੱਲ ਕਰਨ ਵਾਲੇ ਮਾਹਰ ਪੱਤਰਕਾਰ ਉਹ ਕਹਿੰਦੇ ਆ ਕਿ ਜਿਸ ਵਾਸਤੇ ਐਡਾ ਵੱਡਾ ਇਹ ਸਾਰਾ ਕੁਛ ਪ੍ਰਾਪੇਗੰਡਾ ਕੀਤਾ ਗਿਆ ਸੀਗਾ, ਦੋਨਾਂ ਹਕੂਮਤਾਂ ਦੀ ਗੱਲ ਹੋ ਰਹੀ ਆ, ਪੰਜਾਬ ਸਰਕਾਰ ਦੀ ਤੇ ਕੇਂਦਰ ਦੀ ਹਕੂਮਤ ਦੀ ਗੱਲ ਹੋ ਰਹੀ ਆ, ਰਲ ਮਿਲ ਕੇ ਕੀਤਾ ਸੀ। ਤੇ ਉਹ ਕੋਲੋਂ ਅੰਮ੍ਰਿਤਪਾਲ ਕਿਵੇਂ ਨਿਕਲ ਗਿਆ? ਅੰਮ੍ਰਿਤਪਾਲ ਦਾ ਚਾਚਾ ਤਾਂ ਮੰਨਦਾ ਹੀ ਨਹੀਂ, ਉਹ ਤਾਂ ਕਹੀ ਜਾਂਦਾ ਕਿ ਉਹਨੂੰ ਇਹਨਾਂ ਨੇ ਹਿਰਾਸਤ ਵਿੱਚ ਆ। ਸਿਰਫ ਤੇ ਸਿਰਫ ਇਹ ਹੈ ਕਿ ਇਸ ਤਰੀਕੇ ਦੀ ਜਿਹੜੀ ਸਥਿਤੀ ਉਹ ਪੈਦਾ ਕਰ ਰਿਹਾ ਕਿ ਜੇ ਕੱਲ੍ਹ ਨੂੰ ਇਨਕਾਊਂਟਰ ਦੇ ਵਿੱਚ ਵੀ ਉਹਨੂੰ ਮਾਰਨਾ ਪਵੇ, ਜਿਵੇਂ ਕਿ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੇ ਪੱਤਰਕਾਰਾਂ, ਵਿਦਵਾਨਾਂ ਨੇ ਇਹ ਗੱਲਾਂ ਕੀਤੀਆਂ ਆ ਕਿ ਬਾਅਦ ਵਿੱਚ ਵਿਖਾ ਸਕਦੇ ਆ, ਅਤੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੋਊਗੀ। ਪਰ ਫਿਲਹਾਲ ਜਿਹੜੀ ਸਥਿਤੀ ਆ ਇਸ ਨੂੰ ਲੈ ਕੇ ਬਹੁਤ ਕੁਛ ਅਜਿਹਾ ਆ ਜਿਹਨੂੰ ਅਸੀਂ ਕਹਾਂਗੇ ਕਿ ਦਾਲ ਵਿੱਚ ਕਾਲਾ ਆ, ਸਥਿਤੀ ਸਪਸ਼ਟ ਨਹੀਂ ਹੈ। ਫਿਲਹਾਲ ਬਾਜੀ ਜਿੰਨਾ ਚਿਰ ਹੱਥ ਨਾ ਆਵੇ, ਜਿੰਨਾ ਚਿਰ ਪ੍ਰਤੱਖ ਨਾ ਹੋਵੇ, ਉਹਨਾਂ ਚਿਰ ਤੱਕ ਕੁਝ ਵੀ ਕਹਿਣਾ ਮੁਸ਼ਕਲ ਹੁੰਦਾ ਆ। ਪਰ ਦੇਖੋ, ਜੇ ਸਥਿਤੀ ਆਉਣ ਵਾਲੇ ਦਿਨਾਂ ਵਿੱਚ ਸਹੀ ਹੋ ਜਾਵੇ ਤਾਂ ਇਹੀ ਕਹਾਂਗੇ ਕਿ ਪੰਜਾਬ ਦੀ ਅਮਨ ਸ਼ਾਂਤੀ ਨੂੰ ਜਿਹੜਾ ਹੁਣ ਲਾਂਭੂ ਲੱਗਿਆ, ਅਤੇ ਜਾਂ ਫਿਰ ਜਿਸ ਤਰੀਕੇ ਦੀਆਂ ਸਾਜ਼ਿਸ਼ਾਂ ਹੋ ਰਹੀਆਂ, ਅਤੇ ਮੈਂ ਕਹੂੰਗਾ ਕਿ ਉਹਨਾਂ ਨੂੰ ਵੀ ਕੁਛ ਸਮੱਤ ਜਿਹੜੀ ਆ ਉਹ ਅਕਾਲ ਪੁਰਖ ਵਾਹਿਗੁਰੂ ਬਖਸ਼ੇ, ਤਾਂ ਕਿ ਜਿਹੜਾ ਪੰਜਾਬ ਦਾ ਮਾਹੌਲ ਗੰਦਾ ਉਹਨਾਂ ਨੇ ਕੀਤਾ ਆ, ਜਾਂ ਜਿਹੜੇ ਇਸ ਨੂੰ 2024 ਦੀਆਂ ਚੋਣਾਂ ਨਾਲ ਜੋੜ ਕੇ ਵੇਖ ਕੇ ਵੀ ਉਹ ਇਸ ਤਰੀਕੇ ਦੀਆਂ ਹਰਕਤਾਂ ਉਹਨਾਂ ਨੇ ਕੀਤੀਆਂ ਕਿ ਇੱਕ ਮੈਦਾਨ ਜਿਹੜਾ ਆ ਉਹ ਤਿਆਰ ਕੀਤਾ ਜਾਵੇ, ਤਾਂ ਜਿਵੇਂ ਡਾਕਟਰ ਧਰਮਵੀਰ ਗਾਂਧੀ ਹੋਰਾਂ ਨੇ ਲਾਹਣਤਾਂ ਪਾਈਆਂ ਗਈਆਂ ਆ, ਤਾਂ ਜੇ ਇਹੀ ਆ ਗੱਲ ਤਾਂ ਫਿਰ ਵਾਕਿਆ ਹੀ ਉਹ ਲਾਹਣਤ ਦੇ ਕਾਬਲ ਆ। ਅਤੇ ਬਾਕੀ ਤਾਂ ਹੁਣ ਕੀ ਕਿਹਾ ਜਾ ਸਕਦਾ, ਰੱਬ ਹੀ ਰਾਖਾ ਆ। ਕੈਮਰਾ ਪਰਸਨ ਜਸ਼ਨਦੀਪ ਦੇ ਨਾਲ ਕਮਲਜੀਤ ਸਿੱਧੂ, 1V TV।